ਨਾਲ ਜੁੜਨ ਦਾ ਨਿਮਾਣਾ ਜਾਂ ਯਤਨ ਕਰੀਏ ਜੀ। ਚੱਲ ਰਹੀ ਲੜੀਵਾਰ ਵਿਚਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ। ਆਪ ਸੰਗਤਾਂ ਨੇ ਕੱਲ ਸਰਵਣ ਕੀਤਾ, ਸੇਈ ਸਾਹ ਭਗਵੰਤ ਸੇ ਸੱਚ ਸੰਪੇ ਹਰ ਰਾਸ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਉਹ ਭਗਵੰਤ ਹਨ। ਭਗਵੰਤ ਦਾ ਅਖਰੀ ਅਰਥ ਕਰਨਾ ਸ਼ਾਹ ਭਗਵੰਤ, ਬੜੇ ਸ਼ਾਹੂਕਾਰ, ਬੜੇ ਮਾਇਆ ਦੇ ਧਨੀ। ਸੇ ਸੱਚ ਸੰਪੈ, ਮਾਇਆ ਨਹੀਂ, ਸੱਚ ਦੀ ਰਾਸ ਪੂੰਜੀ, ਗਿਆਨ ਇਕੱਠਾ ਕੀਤਾ। ਵਾਹਿਗੁਰੂ ਦਾ ਜਾਪ, ਸਿਮਰਨ, ਬੰਦਗੀ, ਭਜਨ ਪਾਠ ਜਪਦਿਆਂ ਜਪਦਿਆਂ ਜਦੋਂ ਇਸ ਤਰ੍ਹਾਂ ਦਾ ਸੱਚ ਸੰਪੇ, ਇਸ ਤਰ੍ਹਾਂ ਦੀ ਰਾਸ ਪੂੰਜੀ ਇਕੱਠੀ ਜਿਨ੍ਹਾਂ ਨੇ ਕਰੀ ਆ ਭਾਈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਅਸੀਂ ਉਹਨਾਂ ਨੂੰ ਭਗਵੰਤ ਮੰਨਦੇ ਆ, ਉਹਨਾਂ ਨੂੰ ਬੜੇ ਸ਼ਾਹੂਕਾਰ ਮੰਨਦੇ ਆ। ਸਾਡੇ ਲਈ ਉਹ ਸ਼ਾਹੂਕਾਰ ਨੇ ਜੋ ਨਾਮ ਜਪਦੇ ਨੇ, ਜੋ ਸਿਮਰਨ ਕਰਦੇ ਨੇ। ਨਾਨਕ ਸੱਚ ਸੁਚ ਪਾਈਏ ਤਹ ਸੰਤਨ ਕੇ ਪਾਸ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਬੜੇ ਸ਼ਾਹੂਕਾਰ ਜਦੋਂ ਹੋ ਜਾਂਦੇ ਨੇ, ਇਕੱਠਾ ਨਾਮ ਸਿਮਰਨ ਦਾ ਧਨ ਇਕੱਠਾ ਜਦੋਂ ਕਰ ਲੈਂਦੇ ਨੇ, ਫਿਰ ਉਹਨਾਂ ਦੇ ਕੋਲ ਜਾ ਕਰਕੇ ਸੱਚ ਸੁੱਚ ਪਾਈਏ। ਤੂੰ ਸੁੱਚਾ ਹੋਣਾ, ਹੇ ਗੁਰਸਿੱਖ ਪਿਆਰਿਆ, ਤੂੰ ਪਵਿੱਤਰ ਹੋਣਾ, ਤੂੰ ਸੱਚ ਦੇ ਰਾਹ ਤੇ ਜਾਣਾ। ਫਿਰ ਇਸ ਤਰ੍ਹਾਂ ਕਰ, ਜਿਹੜੇ ਐਸੇ ਸ਼ਾਹੂਕਾਰ ਨੇ ਨਾ, ਨਾਮ ਜਪਣ ਵਾਲੀਆਂ ਰੂਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਜਾ, ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ। ਉਹਨਾਂ ਦੇ ਕੋਲ ਜਾ ਕੇ ਪਾਤਸ਼ਾਹ ਕਹਿੰਦੇ ਤੈਨੂੰ ਵੀ ਸੱਚ ਸੁੱਚ ਪਾਈਏ, ਤੂੰ ਵੀ ਸੱਚਾ ਪਵਿੱਤਰ ਹੋ ਜਾਵੇਂਗਾ। ਤਹਿ ਸੰਤਨ ਕੇ ਪਾਸ, ਉਹਨਾਂ ਦੇ ਪਾਸ ਜਾ ਕਰਕੇ। ਇੱਥੇ ਤੱਕ ਆਪਾਂ ਕੱਲ ਸਰਵਣ ਕੀਤਾ ਤੇ ਇਸ ਤੋਂ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਪੌੜੀ। ਇਹ 52 ਅੱਖਰੀ ਦੀ ਬਾਣੀ ਹੈ ਜੀ। ਇਹ 52 ਅੱਖਰੀ ਦੇ ਵਿੱਚ 52 ਅੱਖਰਾਂ ਦਾ ਵਖਿਆਨ ਕੀਤਾ, ਆਪ ਸੰਗਤਾਂ ਨੇ ਸਰਵਣ ਕੀਤਾ ਜਿਸ ਪ੍ਰਕਾਰ। ਸੋ ਹੁਣ ਵਿਚਾਰ ਆਈ ਹੈ ਸੱਸਾ ਸ਼ਬਦ ਜੋ ਆਪਾਂ ਪੜ੍ਹਦੇ ਹਾਂ। ਸੱਸਾ ਸ਼ਬਦ ਇਹ ਊੜੇ ਆੜੇ ਦੇ ਵਿੱਚ ਹੈ, ਊੜਾ ਆੜਾ ਈੜੀ ਸੱਸਾ। ਹੁਣ ਸੱਸੇ ਸ਼ਬਦ ਦੀ ਪ੍ਰਥਾ ਹੈ 52 ਅੱਖਰੀ ਦੇ ਵਿੱਚ ਜੋ ਵਿਚਾਰ ਆ ਉਹ ਸਰਵਣ ਆਪ ਸੰਗਤਾਂ ਦੇ ਨਾਲ ਕੀਤੀ ਜਾਵੇਗੀ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸੱਸਾ ਸੱਤ 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 ਸੌ। ਦੇਖੋ 3 ਵਾਰ ਸੱਤ 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 ਲਿਖਿਆ। ਇੱਥੋਂ ਬਣਦਾ ਜੀ ਪ੍ਰੈਜ਼ੈਂਟ, ਵਰਤਮਾਨ ਐਂਡ ਭਵਿੱਖ ਕਾਲ। ਜੋ ਇੱਕ ਲੰਘਿਆ ਸਮਾਂ, ਇੱਕ ਚੱਲ ਰਿਹਾ ਸਮਾਂ, ਇੱਕ ਆਉਣ ਵਾਲਾ ਸਮਾਂ। ਪਾਤਸ਼ਾਹ ਜੀ ਪੌੜੀ ਦੇ ਵਿੱਚ ਫਰਮਾਨ ਕਰਦੇ ਨੇ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ, ਸਿਮਰਨ ਕਰਨ ਵਾਲੇ ਸੰਤ ਮਹਾਂਪੁਰਸ਼ ਨੇ, ਭਜਨ ਪਾਠ ਕਰਨ ਵਾਲੇ ਪਾਠੀ ਸਿੰਘ ਨੇ, ਗੁਰਸਿੱਖ ਪਿਆਰੇ ਨੇ, ਜੋ ਨਿਤਨੇਮ ਦੇ ਪੱਕੇ ਧਨੀ ਹਨ। ਪਾਤਸ਼ਾਹ ਜੀ ਕਹਿੰਦੇ 7-7-700 ਉਹਨਾਂ ਦਾ ਜਿਹੜਾ ਸਮਾਂ ਗਾ ਲੰਘ ਚੁੱਕਿਆ ਉਹ ਵੀ ਸਵਾਰ ਲਿਆ, ਤੇ ਜੋ ਇਹ ਚੱਲ ਰਿਹਾ ਇਹਨੂੰ ਵੀ ਸਵਾਰ ਰਹੇ ਨੇ। ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਆਉਣ ਵਾਲੇ ਸਮੇਂ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਸਵਾਰ ਲੈਣਾ ਹੈ। ਸਤ ਪੁਰਖ ਤੇ ਭਿੰਨ ਨਾ ਕੋ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਦੋਂ ਨਾਮ ਜਪਦਿਆਂ ਜਪਦਿਆਂ, ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਜਦੋਂ ਅਵਸਥਾ ਫਿਰ ਬਣ ਜਾਂਦੀ ਹੈ ਨਾ, ਫਿਰ ਉਹ ਮਨੁੱਖ ਵਖਿਆਨ ਕਰਦਾ ਜੀ ਸਤ ਪੁਰਖ ਤੇ ਭਿੰਨ ਨ ਕੋ। ਅਕਾਲ ਪੁਰਖ
ਪੁਰਖ ਕਹਿੰਦੇ ਨੇ ਜੋ ਪੁਰਖਿਆ ਹੋਇਆ, ਪਰੋਇਆ ਹੋਇਆ, ਕਣ ਕਣ ਦੇ ਵਿੱਚ ਵਸਿਆ ਹੋਇਆ ਵਾਹਿਗੁਰੂ। ਪੁਰਖਿਆ ਭਾਵ ਪੁਰਖਿਆ ਕਿਹਨੂੰ ਕਹਿੰਦੇ ਆ? ਜੋ ਪਰੋਇਆ ਹੋਵੇ। ਜਿਸ ਤਰ੍ਹਾਂ ਆਪਾਂ ਮਾਲਾ ਪਰੋਨੇ ਆ, ਹਾਰਾਂ ਦੀ, ਫੁੱਲਾਂ ਦੀ ਮਾਲਾ ਪਰੋਨੇ ਆ, ਇੱਕ ਧਾਗਾ ਹਰ ਇੱਕ ਫੁੱਲ ਦੇ ਵਿੱਚ ਦੀ ਲੰਘ ਜਾਂਦਾ, ਪੁਰਖ ਹੋ ਜਾਂਦਾ, ਭਾਵ ਪੁਰਖਿਆ ਜਾਂਦਾ। ਹੁਣ ਕਹਿੰਦੇ ਸਤ ਪੁਰਖ, ਸਤ ਅਕਾਲ ਪੁਰਖ ਵਾਹਿਗੁਰੂ, ਜੋ ਕਣ ਕਣ ਦੇ ਵਿੱਚ ਵਸਿਆ ਹੋਇਆ, ਸਮਾਇਆ ਹੋਇਆ, ਤੇ ਭਿੰਨ ਨਾ ਕੋ। ਭਿੰਨ ਦਾ ਅਰਥ ਕਰਨਾ ਜਿਸ ਤਰ੍ਹਾਂ ਭਿੰਨ ਭਿੰਨ ਪ੍ਰਕਾਰ ਦੇ, ਇੱਕ ਦੂਜੇ ਨਾਲੋਂ ਵੱਖਰਾ। ਜੇ ਇੱਕੋ ਜਿਹਾ ਹੋਈਏ ਫਿਰ ਤਾਂ ਆਪਾਂ ਕਹੀਏ ਜੀ ਉੱਥੇ ਅਸੀਂ ਗਏ, ਉੱਥੇ ਅਸੀਂ 5 ਚੀਜ਼ਾਂ ਵੇਖੀਆਂ, 5 ਇੱਕੋ ਜੀਆਂ। ਤੇ ਨੰਬਰ 2, ਭਿੰਨ ਭਿੰਨ ਕਦੋਂ ਕਹਾਂਗੇ? ਜਦੋਂ ਉਹ ਇੱਕੋ ਜਿਹੀਆਂ ਨਹੀਂ, ਅੱਡ ਅੱਡ ਨੇ। ਜਿਹੜੀ ਇੱਕਾ ਦੂਜੇ ਨਾਲ ਨਹੀਂ ਮੇਲ ਖਾਂਦੀ, ਜੋ ਦੂਸਰੀ ਮੂਰਤੀ ਉਹ ਤੀਸਰੇ ਨਾਲ ਨਹੀਂ ਮੇਲ ਖਾਂਦੀ, ਕਹਾਂਗੇ ਭਿੰਨ ਭਿੰਨ। ਇੱਕ ਦੂਜੇ ਤੋਂ ਵੱਖਰੀਆਂ ਨੇ ਜੀ, ਨਾਲ ਨਹੀਂ ਮਿਲਦੀਆਂ। ਉਸੇ ਤਰ੍ਹਾਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤ ਪੁਰਖ ਤੇ ਭਿੰਨ ਨ ਕੋ। ਜੋ ਨਾਮ ਜਪਣ ਵਾਲੇ ਸਾਧੂ ਸੰਤ ਗਿਆਨੀ ਹੋਇਆ ਕਰਦੇ ਨੇ, ਉਹਨਾਂ ਨੂੰ ਫਿਰ ਇਹ ਗਿਆਨ ਹੋ ਜਾਂਦਾ ਕਿ ਪਰਮਾਤਮਾ ਤੋਂ ਭਿੰਨ ਕੋਈ ਚੀਜ਼ ਨਹੀਂ ਹੈ, ਵਾਹਿਗੁਰੂ ਤੋਂ ਵੱਖਰੀ ਕੋਈ ਚੀਜ਼ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਸਤ ਪੁਰਖ, ਪੁਰਖਿਆ ਹੋਇਆ ਹੈ, ਸਮਾਇਆ ਹੋਇਆ ਹੈ, ਵਸਿਆ ਹੋਇਆ ਹੈ। ਭਿੰਨ ਨਾ ਕਹੂ, ਉਸ ਤੋਂ ਵੱਖਰਾ ਕੋਈ ਨਹੀਂ, ਉਸ ਤੋਂ ਜੁਦਾ ਕੋਈ ਨਹੀਂ, ਉਸ ਤੋਂ ਭਿੰਨ ਨਹੀਂ ਹੈ। ਸਭ ਜਗ੍ਹਾ ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਪੁਰਖਿਆ ਹੋਇਆ ਹੈ, ਸਮਾਇਆ ਹੋਇਆ ਹੈ। ਸੋ ਸਰਨ ਪਰੇ ਜਹ ਪਾਜੰ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਸ ਤਰ੍ਹਾਂ ਦਾ ਗਿਆਨ ਪ੍ਰਾਪਤ ਹੋ ਜਾਣਾ, ਇਸ ਤਰ੍ਹਾਂ ਦੀ ਸੋਝੀ ਆ ਜਾਣਾ, ਇਸ ਤਰ੍ਹਾਂ ਦੀ ਸਮਝ ਆ ਜਾਣਾ। ਸੋ ਸਰਨ ਪਰੇ, ਉਹੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਨੇ। ਉਹੀ ਮਨੁੱਖ ਨਿਤਨੇਮ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਹਰ ਕੋਈ ਨਹੀਂ ਜਪ ਸਕਦਾ। ਪਾਤਸ਼ਾਹ ਜੀ ਕਹਿੰਦੇ ਉਹੀ ਜਪ ਸਕਦੇ ਨੇ ਜਹ ਪਾਜੰਗ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦਿੰਦਾ, ਆਪ ਆਪਣਾ ਜਾਣ ਕੇ ਬਖਸ਼ਿਸ਼ ਰਹਿਮਤ ਕਰ ਦਿੰਦਾ। ਉਹ ਵਾਹਿਗੁਰੂ ਦੀ ਫਿਰ ਸ਼ਰਨ ਦੇ ਵਿੱਚ ਆ ਜਾਂਦੇ ਨੇ। ਸੋ ਸਰਨ ਪਰੇ, ਉਹੀ ਮਨੁੱਖ ਸ਼ਰਨ ਪੈਂਦਾ ਹੈ। ਜਹ ਪਾਜੰਗ, ਜਿਨ੍ਹਾਂ ਨੂੰ ਵਾਹਿਗੁਰੂ ਆਪਣੀ ਸ਼ਰਨ ਦੇ ਵਿੱਚ ਲੈ ਕੇ ਆਉਂਦਾ। ਭਾਵ ਕਿ ਨਾਮ ਜਪਣਾ, ਸਿਮਰਨ ਕਰਨਾ, ਚੰਗੇ ਕਰਮ ਕਰਨ ਵੱਲ ਪ੍ਰੇਰਨਾ। ਉਸ ਤੋਂ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਿਮਰ ਸਿਮਰ ਗੁਣ ਗਾਏ ਸੁਨਾਇੰ। ਸਿਮਰ 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 ਭਾਵ ਕਿ ਵਾਰ-ਵਾਰ ਇੱਕੋ ਸ਼ਬਦ ਨੂੰ ਦ੍ਰਿੜਾਉਣਾ। ਜਿਸ ਤਰ੍ਹਾਂ ਵਾਹਿਗੁਰੂ 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 ਵਾਹਿਗੁਰੂ, ਇਹਨੂੰ ਕਹਿੰਦੇ ਆ ਸਿਮਰਨ। ਸਿਮਰ ਅਤੇ ਜਿਹੜਾ ਸਿਮਰਨ, ਜਦੋਂ ਇਹਦੇ ਪਿੱਛੇ ਨੰਨਾ ਲੱਗ ਜਾਂਦਾ, ਇਹ ਸਿਮਰ, ਉਹ ਸਿਮਰਨ। ਸਿਮਰਨ ਦਾ ਅਰਥ ਆ ਯਾਦ ਕਰਨਾ, ਚੇਤੇ ਕਰਨਾ। ਜੋ ਮਨੁੱਖ ਭੁੱਲ ਗਿਆ, ਆਪਾਂ ਕਹਿੰਦੇ ਆ ਬਈ ਯਾਦ ਕਰ, ਚੇਤੇ ਕਰ। ਅਤੇ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਸਿਮਰਨ ਕਰ, ਭਾਵ ਕਿ ਯਾਦ ਕਰ। ਹੁਣ ਸਿਮਰਨ ਕਵੇਂ ਕਰਨਾ, ਯਾਦ ਕਰੇ ਕਵੇਂ ਕਰਨਾ, ਉਹਨੂੰ ਬਾਰ-ਬਾਰ ਦੁਹਰਾਓ। ਇੱਕ ਥਿਊਰੀ ਆ, ਜੇ ਕੁਛ ਭੁੱਲ ਗਿਆ ਨਾ, ਉਸ ਨੂੰ ਵਾਰ-ਵਾਰ ਦ੍ਰਿੜਾਓ, ਵਾਰ-ਵਾਰ ਸਿਮਰਨ ਸਿਮਰਨ ਕਰੋ, ਸਿਮਰ ਸਿਮਰ ਕਰੋ, ਤੇ ਉਹ ਫਿਰ ਯਾਦ ਆ ਜਾਵੇਗਾ, ਚੇਤੇ ਆ ਜਾਵੇਗਾ, ਚਿੱਤ ਚੇਤੇ ਦੇ ਵਿੱਚ ਵਸ਼ ਜਾਵੇਗਾ, ਜੋ ਅਕਾਲ ਪੁਰਖ ਵਾਹਿਗੁਰੂ ਸਾਡੇ ਤੋਂ ਭੁੱਲ ਗਿਆ। ਸਿਮਰ ਸਿਮਰ ਗੁਣ ਗਾਏ ਸੁਨਾਜੰ। ਫਿਰ ਉਹ ਮਨੁੱਖ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਅਤੇ ਹੋਰਨਾਂ ਨੂੰ ਵੀ ਸੁਣਾਉਂਦੇ ਨੇ। ਇਕੱਲੇ ਆਪ ਨਹੀਂ ਗਾਉਂਦੇ, ਗੁਣ ਗਾਏ ਸੁਨਾਇੰ। ਹੋਰ ਵੀ ਸੰਗਤਾਂ ਨੂੰ ਪ੍ਰੇਰਦੇ ਨੇ, ਹੋਰ ਵੀ ਨਾਲ ਦਿਆਂ ਨੂੰ ਪ੍ਰੇਰਦੇ ਨੇ। ਰੱਬ ਦੇ ਗੁਣ ਸੁਣਾ ਕੇ, ਗੁਣ ਭਾਵ ਕਿ ਔਗਣ ਨਹੀਂ, ਗੁਣਾਂ ਦਾ ਵਿਖਿਆਨ ਕਰਕੇ ਹੋਰਨਾਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜ ਦੇਣਾ। ਸੱਸੇ ਸਾਰਨ ਸੱਸੇ ਭਰਮ ਨਹੀਂ ਕਛ ਵਿਆਪਤ। ਤੇ ਸੱਸੇ ਅੱਖਰ ਤੋਂ ਇਹ ਵੀ ਆਪਾਂ ਸਿੱਖਣਾਗਾ
कि भरम नहीं कछ व्यापत। गुरसिख प्यारिओ, जो ਵਹਿਮਾਂ ਭਰਮਾਂ ਦੇ ਵਿੱਚ ਪਏ ਹੋਇਆਂ ਜਿਨ੍ਹਾਂ ਦੇ ਵਿੱਚੋਂ ਨਿਕਲਿਆ ਨਹੀਂ ਜਾ ਰਿਹਾ। ਬੜਾ ਇਹ ਮਨ ਨੂੰ ਦੁੱਖ ਹੁੰਦਾ ਕਿ ਸਿੱਖਾਂ ਦੇ ਪਰਿਵਾਰ ਦੇ ਵਿੱਚ ਜੰਮ ਕੇ ਵੀ, ਬਾਣੀ ਪੜ੍ਹਦੇ ਹੋਏ ਵੀ, ਗੁਰੂ ਘਰ ਆਉਂਦੇ ਹੋਏ ਵੀ ਗੁਰਸਿੱਖ ਨੇ ਨਾ ਉਹ ਹਲੇ ਵੀ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਨੇ। ਰੀਤੀ ਰਿਵਾਜਾਂ ਦੇ ਵਿੱਚ ਫਸੇ ਹੋਏ ਨੇ, ਚੱਲ ਰਹੀਆਂ ਪਰੰਪਰਾਵਾਂ ਨੂੰ ਹਲੇ ਵੀ ਮੰਨੀ ਜਾ ਰਹੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਗਮਨ ਹੋਇਆ, ਜਨਮ ਹੋਇਆ, ਅਵਤਾਰ ਹੋਇਆ, ਉਹਨਾਂ ਨੇ ਕਿਹਾ ਵੀ ਪਰੰਪਰਾ ਨੂੰ ਨਹੀਂ ਮੰਨਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਰੰਪਰਵਾਦੀ ਨਹੀਂ ਸੀ, ਉਹ ਸਤਵਾਦੀ ਸੀ। ਦੇਖੋ ਜਿਹੜੇ ਤ੍ਰੇਤੇ ਯੁੱਗ ਦੇ ਅਵਤਾਰ ਰਾਮਚੰਦਰ, ਉਹਨਾਂ ਨੂੰ ਕਿਹਾ ਜਾਂਦਾ ਸੀ ਜੀ ਮਰਿਆਦਾ ਪੁਰਸ਼ੋਤਮ। ਲੈਵਲ ਸੀ ਨਾ ਇੱਕ ਉਹਨਾਂ ਦਾ ਟੈਗ, ਰਾਮਚੰਦਰ ਮਰਿਆਦਾ ਪੁਰਸ਼ੋਤਮ। ਮਰਿਆਦਾ ਦੇ ਵਿੱਚ ਦ੍ਰਿੜ ਰਹਿੰਦੇ ਸੀ। ਜੋ ਮਰਿਆਦਾ ਉਲੀਕੀ ਗਈ, ਬਣ ਗਈ, ਉਹਦੇ ਤੇ ਪਹਿਰਾ ਦੇਣਾ, ਚਾਹੇ ਜਿਸ ਤਰ੍ਹਾਂ ਦੀ ਵੀ ਬਣੀਆਂ ਗਈ। ਜਦੋਂ ਸੰਭੁਕ ਨੇ ਗ੍ਰੰਥ ਪੜ੍ਹ ਲਏ, ਗਿਆਨ ਹਾਸਲ ਕਰ ਲਿਆ, ਤਾਂ ਉਹਨਾਂ ਦੀ ਜਿਹੜੀ ਮਰਿਆਦਾ ਸੀ ਉਲੀਕੀ ਹੋਈ, ਉਹ ਕਹਿੰਦੀ ਸੀ ਕਿ ਵੀ ਜੋ ਜਦੀ ਦਲਿਤ ਗ੍ਰੰਥ ਪੜ੍ਹ ਲਏ ਅਤੇ ਉਹਨੂੰ ਫਿਰ ਮੁਕਤ ਕਰ ਦੋ, ਉਹਨੂੰ ਸੰਘਾਰ ਕਰਨਾ ਚਾਹੀਦਾ ਉਹਦਾ। ਇਹ ਮਰਿਆਦਾ ਉਹਨਾਂ ਦੀ ਕਹਿੰਦੀ ਸੀ। ਉਹਨੇ ਮਰਿਆਦਾ ਤੇ ਪਹਿਰਾ ਦਿੱਤਾ ਤੇ ਇਹ ਐਲਾਨੀਆਂ ਕਿਹਾ ਵੀ ਮੈਂ ਮਰਿਆਦਾ ਪੁਰਸ਼ੋਤਮਾ ਭਾਈ, ਇਹ ਮਰਿਆਦਾ ਬਣਦੀ ਆ, ਮੈਂ ਮਰਿਆਦਾ ਅਪਣਾਈ ਆ। ਸੋ ਰਹੋ ਵਿਚਾਰ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ, ਉਹਨਾਂ ਨੂੰ ਕਿਹਾ ਜਾਂਦਾ ਸੀ ਲੀਲਾ ਪੁਰਸ਼ੋਤਮ। ਉਹਨਾਂ ਨੂੰ ਕਿਹਾ ਵੀ ਤੁਸੀਂ ਮਰਿਆਦਾ ਨਹੀਂ ਮੰਨਦੇ। ਕ੍ਰਿਸ਼ਨ ਭਗਵਾਨ ਕਹਿੰਦੇ ਮਰਿਆਦਾ ਬਣਾਈਆਂ ਜਾਂਦੀਆਂ ਨੇ ਤੋੜਨ ਵਾਸਤੇ, ਬਚਨ ਕਰੇ ਜਾਂਦੇ ਨੇ ਤੋੜਨ ਵਾਸਤੇ, ਵਾਅਦਾ ਕੀਤਾ ਕਿਉਂ ਜਾਂਦਾ? ਤੋੜਨ ਵਾਸਤੇ। ਕ੍ਰਿਸ਼ਨ ਇਹ ਵਿਖਿਆਨ ਕਰਦਾ ਸੀ, ਰੂਲ ਬਣਦਾ ਹੀ ਤੋੜਨ ਵਾਸਤੇ ਆ। ਉਹ ਸਨ ਲੀਲਾ ਪੁਰਸ਼ੋਤਮ। ਉਹ ਲੀਲਾ ਰਚਦੇ ਸੀ, ਪਲਾਨ ਬਣਾਉਂਦੇ ਸੀ ਕਿ ਕਾਰਜ ਕਰਨਾ, ਪਹਿਲਾਂ ਲੀਲਾ ਰਚਨੀ ਆ, ਖੇਡ ਰਚਨੀ ਆ ਤੇ ਕਿਸੇ ਕਾਰਜ ਨੂੰ ਇੰਜਾਮ ਦੇਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਗਮਨ ਹੋਇਆ, ਉਹਨਾਂ ਨੂੰ ਕਿਹੜਾ ਟੈਗ ਲਾਇਆ? ਉਹ ਕਹਿੰਦੇ ਸਤਵਾਦੀ। ਗੁਰੂ ਨਾਨਕ ਦੇਵ ਜੀ ਸਨ ਉਹ ਸਤਵਾਦੀ ਸੀ। ਜੋ ਸੱਚ ਹੈ ਉਸ ਨੂੰ ਵਿਖਿਆਨ ਕੀਤਾ। ਐਦਾਂ ਪੜਦਾ ਨਹੀਂ ਪਾਇਆ, ਸੱਚ ਸਾਹਮਣੇ ਆ ਤੇ ਫਿਰ ਵੀ ਲੀਲਾ ਰਚਣ ਦੀ ਲੋੜ ਪੈ ਰਹੀ ਆ। ਸੰਭੁਕ ਨੇ ਗਿਆਨ ਪੜ ਲਿਆ, ਵੇਦ ਪੜ ਲਏ, ਕੁਛ ਗਲਤ ਕੀਤਾ। ਸੱਚ ਹੈਗਾ ਵੀ ਗਿਆਨ ਪੜਨਾ ਚੰਗੀ ਗੱਲ ਆ, ਪਰ ਮਰਿਆਦਾ ਕਹਿੰਦੀ ਸੀਗੀ ਕਿ ਇਹਦਾ ਸ਼ਿੰਗਾਰ ਕਰੋ, ਇਹਦੀ ਮੁਕਤੀ ਕਰੋ, ਇਹਨੂੰ ਮਾਰਨਾ ਪਵੇਗਾ। ਪਰ ਜੋ ਸੱਤ ਹੈਗਾ, ਸੱਤ ਤਾਂ ਇਹ ਕਹਿ ਰਿਹਾ ਵੀ ਕੀ ਫੇਰ ਕੀ ਹੋ ਗਿਆ, ਇਹ ਵੀ ਮਨੁੱਖ ਆ। ਸੋ ਲੀਲਾ ਪੁਰਸ਼ੋਤਮ ਜੋ ਸੱਚ ਦਿਖ ਰਿਹਾ ਹੈਗਾ, ਫਿਰ ਵੀ ਲੀਲਾ ਰਚਣ ਦੀ ਲੋੜ ਪੈ ਗਈ। ਸੱਚ ਵਿਖਿਆਨ ਕਰਨਾ ਔਖਾ, ਵਿਖਿਆਨ ਨਹੀਂ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਰਿਦੁਆਰ ਜਾ ਕੇ ਸੱਚ ਵਿਖਿਆਨ ਕੀਤਾ, ਮੱਕੇ ਮਦੀਨੇ ਜਾ ਕੇ ਸੱਚ ਵਿਖਿਆਨ ਕੀਤਾ, ਅਡੋਲਤਾ ਦੇ ਨਾਲ ਸੁਮੇਰ ਪਰਬਤ ਦੇ ਜਾ ਕੇ ਜੋਗੀਆਂ ਸਿੱਧਾਂ ਨੂੰ ਸੱਚ ਵਿਖਿਆਨ ਕੀਤਾ, ਬੜੀ ਦ੍ਰਿੜਤਾ ਦੇ ਨਾਲ, ਬੜੇ ਜੋਸ਼ ਦੇ ਨਾਲ। ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਇਹ ਪਰੰਪਰਵਾਦੀ ਨਹੀਂ, ਇਹ ਸਤਵਾਦੀ ਨੇ। ਤੇ ਗੁਰਸਿੱਖਾਂ ਨੂੰ ਵੀ ਹੁਕਮਾਂ ਭਾਈ ਪਰੰਪਰਵਾਦੀ ਨਾ ਬਣੋ, ਸਤਵਾਦੀ ਬਣੋ, ਸੱਤ ਤੇ ਪਹਿਰਾ ਦਿਓ, ਵਹਿਮਾਂ ਭਰਮਾਂ ਤੋਂ ਦੂਰ ਰਹੋ ਭਾਈ, ਵਹਿਮਾਂ ਭਰਮਾਂ ਪਖੰਡਾਂ ਤੋਂ ਬਚੋ। ਤੇ ਬੜਾ ਦੁੱਖ ਲੱਗਦਾ ਜਦੋਂ ਸਿੱਖ ਪਰਿਵਾਰ ਦੇ ਵਿੱਚ ਜੰਮ ਕੇ ਵੀ, ਗੁਰੂ ਘਰ ਨਮਸਕਾਰ ਕਰਕੇ ਵੀ, ਬਾਣੀ ਸੁਣ ਕੇ ਵੀ, ਪੜ੍ਹ ਕੇ ਵੀ ਬ੍ਰਹਮਾ ਭਰਮਾਂ ਦੇ ਵਿੱਚ ਫਸੇ ਹੋਇਆਂ ਨੂੰ ਵੇਖਦੇ ਆ, ਬੜਾ ਦੁੱਖ ਲੱਗਦਾ। ਕਿਉਂਕਿ ਨਾ ਇਹ ਜਿਹੜਾ ਆਪਣਾ ਸਰੀਰ ਆ ਪੰਜ ਭੂਤਕ, ਇਹ ਪੰਜ ਭੂਤਕ ਸਰੀਰ ਦੇ ਕਣ ਕਣ ਦੇ ਵਿੱਚ ਭਰਮ, ਵਹਿਮ ਭਰਮ ਆਪਣੇ ਸਮਾ ਚੁੱਕੇ ਨੇ। ਜਦੋਂ 5 ਸਾਲ ਦਾ ਬੱਚੇ ਦੀ ਜਿਹੜੀ ਇਹ ਦਿਮਾਗ
ਕੰਮ ਕਰਨਾ ਸ਼ੁਰੂ ਕਰ ਦਿੰਦਾ, ਭਾਵ ਕਿ ਮੈਮਰੀ ਇਹ ਸਟੋਰ ਕਰਨੀ ਸ਼ੁਰੂ ਕਰ ਦਿੰਦਾ, ਉਦੋਂ ਤੋਂ ਆਪਣੇ ਘਰਾਂ ਦੇ ਵਿੱਚ ਵੇਖ ਰਹੇ ਹਾਂ ਵਹਿਮਾਂ ਨੂੰ, ਭਰਮਾਂ ਨੂੰ, ਪਰੰਪਰਾਵਾਂ ਨੂੰ। ਜਿਉਂ-ਜਿਉਂ ਮਨੁੱਖ ਬੱਚਾ ਵੱਡਾ ਹੋਈ ਜਾਂਦਾ ਗਾ, ਉਹ ਜਿਹੜੇ ਵਹਿਮ ਭਰਮ ਨੇ ਉਹ ਆਪਣੇ ਆਪ ਦ੍ਰਿੜ ਹੋਈ ਜਾਂਦੇ ਨੇ, ਆਪਣੇ ਆਪ ਸਮਾਈ ਜਾਂਦੇ ਨੇ, ਤੇ ਉਹਨਾਂ ਨੂੰ ਜਦੋਂ ਫਿਰ ਵੱਡੀ ਉਮਰ ਦੇ ਹੋ ਜਾਂਦੇ ਨੇ, ਕਹੀਏ ਕਿ ਇਹਨਾਂ ਨੂੰ ਛੱਡੋ, ਉਹ ਨਾ ਚਾਹੁੰਦੇ ਹੋਏ ਵੀ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਨਾ ਚਾਹੁੰਦੇ ਹੋਏ ਛੱਡਣਾ ਚਾਹੁੰਦੇ ਨੇ, ਪਰ ਕੀ ਕਰੀਏ ਹੁਣ, ਕਣ ਕਣ ਦੇ ਵਿੱਚ ਪੰਜ ਭੂਤਕ ਸਰੀਰ ਦੇ ਵਿੱਚ ਇਹ ਵਹਿਮ ਭਰਮ ਰਚੇ ਪਏ ਨੇਗੇ, ਪਰੋਏ ਪਏ ਨੇਗੇ। ਪਰ ਪਾਤਸ਼ਾਹ ਜੀ ਕਹਿੰਦੇ ਨਾ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪੇ। ਅਗਲੀ ਹੀ ਪੰਕਤੀ ਦੇ ਵਿੱਚ ਨਿਪਟਾਰਾ ਕੀਤਾ ਹੈਗਾ, ਕਹਿੰਦੇ ਪ੍ਰਗਟ ਪ੍ਰਤਾਪ ਤਾਹੂ ਕੋ ਜਾਪੇ। ਜਦੋਂ ਸਿਮਰਨ ਕਰਦੇ ਆ, ਬੰਦਗੀ ਕਰਦੇ ਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੜ੍ਹਦੇ ਆ, ਅੱਖਾਂ ਮੀਚ ਕੇ ਨਹੀਂ ਪੜ੍ਹਨਾ, ਨਾਲ ਵਿਚਾਰ ਵੀ ਕਰਨੀ ਆ, ਬਾਣੀ ਦੇ ਅਰਥ ਵੀ ਵਾਚਨੇ। ਜਦੋਂ ਗੁਰਬਾਣੀ ਦੇ ਅਰਥਾਂ ਨੂੰ ਵਾਚਦੇ ਆ ਤਾਂ ਇਹਨਾਂ ਵਹਿਮਾਂ ਭਰਮਾਂ ਨੂੰ ਤੋਂ ਦੂਰ ਹਟਣਾ ਤੇ ਆਪਾਂ ਨੂੰ ਇੱਕ ਮਦਦ ਮਿਲ ਜਾਂਦੀ ਆ, ਇੱਕ ਗਿਆਨ ਮਿਲ ਜਾਂਦਾ, ਤੇ ਫਿਰ ਸਾਹਮਣੇ ਪਤਾ ਲੱਗ ਜਾਂਦਾ ਵੀ ਇਹ ਤਾਂ ਜੀ ਵਹਿਮ ਆ, ਭਰਮ। ਇੱਦਾਂ ਇਹ ਕੋਈ ਪਰੰਪਰਾਵਾਂ ਨਹੀਂ ਗੀਆਂ ਜੋ ਕਿਸੇ ਕਾਰਨ ਕਿਸੇ ਸਮੇਂ ਬਣਾਈਆਂ ਸੀਆਂ ਤੇ ਹੁਣ ਇਹ ਵਹਿਮ ਭਰਮ ਹੋ ਗਿਆ ਹੈ। ਇਹਦਾ ਫਿਰ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਉਹ ਮਨੁੱਖ ਮੰਨਦਾ ਨਹੀਂ ਗਾ, ਉਹ ਫਿਰ ਗੁਰਸਿੱਖ ਪਿਆਰਾ ਉਸ ਵਹਿਮਾਂ ਭਰਮਾਂ ਨੂੰ ਤਿਆਗ ਦਿੰਦਾ ਗਾ, ਤੇ ਮਨ ਤੇ ਕੋਈ ਵਜਨ ਨਹੀਂ ਲਾਉਂਦਾ। ਕਿਸੇ ਅਗਿਆਨੀ ਨੂੰ ਕਹਿ ਦਈਏ ਵੀ ਜੀ ਇਹ ਵਹਿਮ ਭਰਮ ਆਗਾ, ਤੂੰ ਛੱਡ, ਉਹ ਛੱਡ ਦੇਵੇਗਾ। ਚੱਲ ਸਿਆਣੇ ਦੇ ਮਗਰ ਲੱਗ ਕੇ ਨਾ ਇੱਕ ਅਗਿਆਨੀ ਭਾਵ ਮੂਰਖ ਵਹਿਮ ਭਰਮ ਛੱਡ ਦਿੰਦਾ, ਪਰ ਉਹਦੇ ਮਨ 'ਚ ਘੰਟੀ ਵੱਜੀ ਜਾਂਦੀ ਆ ਵੀ ਗਲਤ ਹੋ ਗਿਆ, ਮੈਂ ਭਾਵ ਮੰਨਿਆ ਨਹੀਂ ਗਾ, ਮਤੋਂ ਕੁਛ ਗਲਤ ਕਰਾ ਦਿੱਤਾ ਇਸ ਨੇ। ਫਿਰ ਉਹ ਜਦੋਂ ਸੰਗ ਟੁੱਟ ਜਾਂਦਾ ਬ੍ਰਹਮ ਗਿਆਨੀ ਦਾ, ਫਿਰ ਉਹ ਜਾ ਕੇ ਉਹੀ ਕਾਰਜ ਉਹੀ ਕੁਛ ਕਰਨਾ ਗਾ, ਉੱਥੇ ਹੀ ਮੱਥੇ ਟੇਕਣੇ ਆ, ਫਿਰ ਉਹਦੇ ਮਨ ਨੂੰ ਟਿਕਾਓ ਮਿਲਦਾ। ਕਿਉਂ? ਕਿਉਂਕਿ ਇਹ ਵਹਿਮ ਭਰਮ ਹਿਰਦੇ ਦੇ ਵਿੱਚ, ਕਣ ਕਣ ਦੇ ਸਰੀਰ ਦੇ ਵਿੱਚ ਪਰੋਏ ਗਏ ਨੇ, ਜਿਨ੍ਹਾਂ ਨੂੰ ਕੱਢਣਾ ਬੜਾ ਮੁਸ਼ਕਿਲ ਹੈਗਾ। ਕੋਈ ਦੂਸਰਾ ਆ ਕੇ ਨਹੀਂ ਕੱਢ ਸਕਦਾ ਵੀ ਕੋਈ ਆ ਕੇ ਕੱਢ ਦੇਵੇਗਾ, ਨਹੀਂ। ਇਹ ਵਹਿਮ ਭਰਮਾਂ ਨੂੰ ਕੱਢਣ ਵਾਸਤੇ ਬਾਣੀ ਪੜ੍ਹਨੀ ਪਵੇਗੀ, ਗਿਆਨ ਪ੍ਰਾਪਤ ਕਰਨਾ ਪਵੇਗਾ, ਵਾਹਿਗੁਰੂ ਦਾ ਸਿਮਰਨ ਕਰਨਾ ਪਵੇਗਾ। ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਉਹਨਾਂ ਨੂੰ ਹੀ ਇਹ ਫਿਰ ਪ੍ਰਗਟ ਰੂਪ ਦੇ ਵਿੱਚ ਪ੍ਰਤਾਪ, ਕਣ ਕਣ ਦੇ ਵਿੱਚ ਪ੍ਰਤਾਪ ਨਜ਼ਰ ਆਵੇਗਾ। ਦੇਖੋ, ਆਮ ਮਨੁੱਖ ਦੇ ਦੇਖਣ ਦਾ ਨਜ਼ਰੀਆ ਕੁਝ ਹੋਰ ਆ। ਜਿਹੜੇ ਸੰਤ ਮਹਾਂਪੁਰਖ ਹੋਇਆ ਕਰਦੇ ਨੇ, ਉਹਨਾਂ ਦਾ ਦੇਖਣ ਦਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਪ੍ਰਗਟ ਪ੍ਰਤਾਪ, ਹਰ ਇੱਕ ਚੀਜ਼ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਕੀ ਕੁਝ ਛੁਪਿਆ ਹੋਇਆ। ਇੱਕ ਫੁੱਲ ਹੈਗਾ, ਫੁੱਲ ਦੇ ਵਿੱਚ ਕੀ ਕੁਝ ਛੁਪਿਆ ਹੋਇਆ, ਪ੍ਰਗਟ ਪ੍ਰਤਾਪ ਰੂਪ ਦੇ ਵਿੱਚ ਕੀ ਨਜ਼ਰ ਆ ਰਿਹਾ ਹੈਗਾ ਆਪਾਂ ਨੂੰ? ਨਜ਼ਰ ਆ ਰਿਹਾ ਉਸ ਫੁੱਲ ਦੀ ਸੁੰਦਰਤਾ, ਬੜਾ ਸੋਹਣਾ ਹੈਗਾ। ਇੱਕ ਫੁੱਲਾਂ ਦੇ ਜਿਹੜਾ ਸੈਂਟ ਬਣਾਉਂਦੇ ਨੇ ਨਾ, ਉਹ ਜਿਹਦੀ ਫੁੱਲਾਂ ਤੋਂ ਸੈਂਟ ਬਣਾਉਣ ਵਾਲਾ ਇਹ ਬਿਜ਼ਨਸਮੈਨ ਵੇਖੇਗਾ, ਉਹ ਦੇਖੇਗਾ ਇਹਦੇ ਵਿੱਚੋਂ ਇਸ ਤਰ੍ਹਾਂ ਦਾ ਸੈਂਟ ਨਿਕਲੇਗਾ, ਇਹਦੇ ਨਾਲ ਇਹਦੇ ਵਿੱਚੋਂ 3 ਤਰ੍ਹਾਂ ਦੇ ਸੈਂਟ ਬਣ ਜਾਂਦੇ ਨੇ, ਇਹਦੇ ਵਿੱਚੋਂ ਜੋ ਰਸ਼ ਨਿਕਲਦਾ। ਇੱਕ ਵਪਾਰੀ ਵੇਖੇਗਾ, ਇਹ ਜੀ ਫੁੱਲ ਜੀ ਇਹ ਤਾਂ 15 ਰੁਪਏ ਦਾ ਵਿਕਣ ਵਾਲਾ ਗਾ, ਬਾਕੀ ਇਹ ਸਸਤੇ ਨੇ। ਕੁਛ ਇਸ ਤਰ੍ਹਾਂ ਦੀ ਵਿਚਾਰ ਕਰੇਗਾ, ਕੋਈ ਕਹੇਗਾ ਇਹ ਫੁੱਲ ਬੜੇ ਸੋਹਣੇ ਨੇ, ਇਹ ਜਨਮ ਦਿਨ ਤੇ ਸਜਾਵਾਂਗੇ। ਸਭਨਾਂ ਦੇ ਵੇਖਣ ਦਾ ਨਜ਼ਰੀਆ ਵੱਖੋ ਵੱਖਰਾ ਗਾ, ਪਰ ਜਿਹੜੇ ਬ੍ਰਹਮ ਗਿਆਨੀ ਜਦੋਂ ਫੁੱਲ ਵੱਲ ਵੇਖਦੇ ਨੇ ਨਾ, ਉਹ ਇਹ ਸਾਰੇ ਨਜ਼ਰੀਆਂ ਤੇ ਇੱਕੋ ਹੀ ਛਿਣ ਦੇ ਵਿੱਚ ਬਖਿਆਨ ਕਰ ਦਿੰਦੇ ਨੇ, ਜਿਹੜਾ ਇਹ ਫੁੱਲ ਆ ਇਹਦੇ ਵਿੱਚ ਇਹ ਗੁਣ ਨੇ। ਉਹਨਾਂ ਨੂੰ ਪ੍ਰਗਟ ਰੂਪ ਦੇ ਵਿੱਚ ਸਭ ਨਜ਼ਰ ਆ ਜਾਂਦਾ, ਇਸ ਫੁੱਲ ਦੇ ਵਿੱਚ ਇਹ ਗੁਣ ਨੇਗੇ, ਇਹ ਤੱਤ ਨੇਗੇ, ਇਹ ਤੱਤਾਂ ਤੋਂ ਬਣਿਆ, ਇਸ ਦੇ ਵਿੱਚ ਇਹ ਇਸ ਪ੍ਰਕਾਰ ਦੇ ਤੱਤ ਨੇ, ਇਹ ਦਵਾਈ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ, ਇਹ ਸੁੰਦਰ ਵੀ ਹੈਗਾ, ਇਹ ਬੜਾ ਕੀਮਤੀ ਵੀ ਹੈ। ਹਰ ਇੱਕ ਜੋ ਵੀ ਉਸ ਫੁੱਲ ਦੇ ਵਿੱਚ ਗੁਣ ਨੇ ਨਾ, ਪ੍ਰਗਟ ਰੂਪ ਦੇ ਵਿੱਚ ਉਹ ਬ੍ਰਹਮ ਗਿਆਨੀਆਂ ਨੂੰ ਨਜ਼ਰ ਆ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਕਣ ਕਣ ਦੇ ਵਿੱਚ ਵਸਿਆ ਹੋਇਆ, ਸਮਾਇਆ ਹੋਇਆ ਹੈਗਾ। ਨਾਮ ਜਪਣ ਵਾਲੀਆਂ ਰੂਹਾਂ ਨੂੰ
ਪ੍ਰਗਟ ਰੂਪ ਦੇ ਵਿੱਚ ਸਭ ਕੁਝ ਉਸੇ ਪ੍ਰਕਾਰ ਫਿਰ ਨਜ਼ਰ ਆ ਜਾਂਦਾ ਹੈ। ਤਾਹੂ ਕੋ ਜਾਪਤ, ਆਮ ਬੰਦੇ ਨੂੰ ਇਹ ਜਾਪਦੀ ਨਹੀਂ ਚੀਜ਼, ਜਿੰਨੀ ਕਿ ਬੁੱਧ ਆ ਗਈ ਉਹਨਾਂ ਕ ਆਪਾਂ ਨੂੰ ਜਾਪ ਦਾ ਦਿਸ ਪੈਂਦਾ ਹੈਗਾ, ਪਰ ਨਾਮ ਜਪਣ ਵਾਲਿਆਂ ਨੂੰ ਜੋ ਅਸਲ ਹੈਗਾ ਉਹ ਦਿਸਦਾ। ਦੂਰ ਇੱਕ ਸੱਪ ਦਿਖ ਰਿਹਾ ਹੈਗਾ, ਹੱਥ ਦੇ ਵਿੱਚ ਪਹਿਲਾਂ ਡੰਡਾ ਚੁੱਕਿਆ ਵੀ ਚੱਲ ਸੱਪ ਨੂੰ ਮਾਰਨਾ, ਹੁਣ ਸੱਪ ਆਗਾ, ਤੇ ਜਦੋਂ ਨੇੜੇ ਗਏ ਜਾ ਕੇ ਵੇਖਿਆ ਉਹ ਰੱਸੀ। ਇਹ ਹੋ ਗਿਆ ਭਰਮ। ਇਹ ਗੱਲ ਕੀਤੀ ਨਾ ਭਰਮ ਦੀ, ਭਰਮ ਨਹੀਂ ਕੁਛ ਵਿਆਪਤ। ਇਹ ਆਮ ਅਗਿਆਨੀ ਮਨੁੱਖ ਭਰਮ ਭੁਲੇਖਿਆਂ ਦੇ ਵਿੱਚ ਫਸ ਜਾਂਦੇ ਨੇ, ਦਿਖਦਾ ਕੁਝ ਹੋਰ ਆਗਾ, ਉਹਨੂੰ ਹੀ ਮੰਨੀ ਜਾਂਦੇ ਆ। ਪਰ ਜਿਹੜੇ ਸੰਤ ਮਹਾਂਪੁਰਖ ਨੇ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਉਹ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਫਸਦੇ। ਉਹਨਾਂ ਨੂੰ ਹਜ਼ਾਰਾਂ ਕੋਹਾਂ ਦੂਰ ਜਦੀ ਕੋਈ ਰਬੜ ਦਾ ਸੱਪ ਵੀ ਹੋਵੇ ਉਹ ਵੀ ਦੱਸ ਦੇਣਗੇ ਵੀ ਨਹੀਂ ਭਾਈ ਉਹ ਤਾਂ ਰਬੜ ਦਾ ਹੈਗਾ। ਉਹਨਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆਉਂਦਾ, ਕੀ ਸੱਚ ਆ ਕੀ ਝੂਠ ਆ, ਕੀ ਪਰੰਪਰਾਵਾਂ ਗੀਆਂ, ਕੀ ਸੱਤਵਾਦੀ ਨੇ, ਕੀ ਵਹਿਮ ਭਰਮ ਨੇਗੇ, ਕੀ ਰੀਤੀ ਰਿਵਾਜ ਨੇ, ਅਕਾਲ ਪੁਰਖ ਵਾਹਿਗੁਰੂ ਦਾ ਕੀ ਹੁਕਮ ਆਗਾ। ਇਸ ਤਰ੍ਹਾਂ ਦਾ ਪ੍ਰਗਟ ਰੂਪ ਦੇ ਵਿੱਚ ਨਾਮ ਜਪਣ ਵਾਲਿਆਂ ਨੂੰ ਸਭ ਨਜ਼ਰ ਆ ਜਾਂਦਾ ਹੈ। ਸੋ ਸਾਧੂ ਇਹ ਪਹੁੰਚਨਹਾਰਾ। ਸੋ ਸਾਧੂ, ਕਿਹੜੇ ਕਿਹੜੇ ਸਾਧੂ? ਆਮ ਸਾਧੂ ਨਹੀਂ। ਸੋ ਸਾਧੂ ਇਹ ਪਹੁੰਚਨਹਾਰਾ, ਜਿਹੜੇ ਜਿਹੜੇ ਮਨੁੱਖ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ, ਇਸ ਪਦਵੀ ਤੇ ਪਹੁੰਚ ਜਾਂਦੇ ਨੇ, ਜੋ ਜੋ ਗੁਰਸਿੱਖ ਪਿਆਰੇ ਇਸ ਤਰ੍ਹਾਂ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ, ਇਸ ਤਰ੍ਹਾਂ ਦੀ ਸਟੇਜ ਤੇ ਪਹੁੰਚ ਜਾਂਦੇ ਨੇ, ਜੋ ਹੁਣ ਆਪਾਂ ਵਿਖਿਆਨ ਕੀਤਾ। ਸੰਤ ਮਹਾਂਪੁਰਖ ਸਿਮਰਨ ਕਰਨ ਵਾਲੀਆਂ ਰੂਹਾਂ ਵਹਿਮਾਂ ਭਰਮਾਂ ਤੋਂ ਕਤਈ ਦੂਰ, ਸਭ ਕੁਝ ਨਜ਼ਰ ਦੇ ਵਿੱਚ ਆ ਰਿਹਾਗਾ। ਸੋ ਸਾਧੂ ਇਹ ਪਹੁੰਚਨਹਾਰ, ਨਾਨਕ ਤਾਂ ਕਹਿ ਸਦ ਬਲਿਹਾਰ। ਅਖੀਰਲੀ ਪੰਕਤੀ ਦੇ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਅਸੀਂ ਐਸੇ ਮਹਾਂਪੁਰਸ਼ਾਂ ਦੇ ਬਾਰ ਨੇ ਬਲਿਹਾਰ ਨੇ ਜਾਣੇ ਆ, ਲੱਖ ਬਰੀਆਂ ਜਾਣੇ ਆ, ਨਮਸਕਾਰ ਕਰਦੇ ਆਂਗੇ, ਧੰਨਵਾਦੀ ਕਰਦੇ ਆਂ, ਬਾਰੰਬਾਰ ਉਹਨਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦੇ ਆਂਗੇ। ਉਹ ਸਾਧੂਆਂ ਤੇ ਜੋ ਇਸ ਅਵਸਥਾ ਦੇ ਵਿੱਚ ਪਹੁੰਚਣ ਦੀ ਸਮਰੱਥਾ ਰੱਖਦੇ ਨੇ ਤੇ ਪਹੁੰਚ ਜਾਂਦੇ ਨੇ, ਨਾਨਕ ਤਾਂ ਕਹਿ ਸਦ ਬਲਿਹਾਰ, ਉਹਨਾਂ ਦੇ ਬਲਿਹਾਰ ਨੇ ਜਾਂਦੇ ਆ। ਸੋ ਅੱਜ ਦੀਆਂ ਵਿਚਾਰਾਂ ਇੱਥੇ ਤੱਕ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁੱਧ ਵਿਚਾਰ ਕਰਨ ਦੀ ਸਮਤ ਆ ਜਾਵੇ, ਐਸੀ ਅਸੀਸ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ।